ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਧਰਮ ਦੇ ਅੰਦਰ ਵਿਸ਼ਵਾਸ ਦਾ ਹੋਣਾ ਅਤ ਜ਼ਰੂਰੀ ਆ। ਕਿਉਂਕਿ ਵਿਸ਼ਵਾਸ ਹੀ ਧਰਮ ਦਾ ਦੂਸਰਾ ਨਾਮ ਹੈ। ਅਗਰ ਵਿਸ਼ਵਾਸ ਹੈ ਤਾਂ ਧਰਮ ਕਾਇਮ ਹੈ। ਅਗਰ ਧਰਮ ਦੇ ਵਿੱਚੋਂ ਵਿਸ਼ਵਾਸ ਉੱਡ ਗਿਆ ਫਿਰ ਧਰਮ ਵੀ ਖੰਭ ਲਾ ਕੇ ਉੱਡ ਜਾਂਦਾ ਹੈ। ਇਸ ਕਰਕੇ ਜਿਹੜਾ ਮੇਨ ਆਧਾਰ ਹੈਗਾ ਉਹ ਵਿਸ਼ਵਾਸ ਹੀ ਹੈ। ਸੋ ਜੋ ਵਿਸ਼ਵਾਸ ਹੈ, ਵਿਸ਼ਵਾਸ ਦੇ ਅੰਦਰ ਅਨੇਕਾਂ ਹੀ ਚਮਤਕਾਰ ਹੈ। ਪਰ ਜਿਹੜਾ ਧਰਮ ਦੇ ਵਿੱਚ ਵਿਸ਼ਵਾਸ ਹੁੰਦਾ ਹੈ ਉਹ ਵਿਸ਼ਵਾਸ ਕੱਚਾ ਨਹੀਂ ਹੁੰਦਾ, ਉਹ ਪੱਕਾ ਹੁੰਦਾ ਹੈ। ਭਾਵ ਕਿ ਜਿਸ ਦੇ ਉੱਪਰ ਅਸੀਂ ਵਿਸ਼ਵਾਸ ਕਰਦੇ ਹਾਂ ਉਹ ਜਿਹੜਾ ਵਿਸ਼ਵਾਸ ਵਾਲਾ ਵਿਅਕਤੀ ਹੈਗਾ ਉਹ ਸੁਜਾਖਾ ਹੋਣਾ ਚਾਹੀਦਾ ਹੈਗਾ, ਉਹ ਚੇਤਨ ਹੋਣਾ ਚਾਹੀਦਾ ਹੈਗਾ, ਪੂਰਨ ਜਾਗਰਤ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ। ਅਤੇ ਜਿਹੜਾ ਸੰਤ ਮਹਾਤਮਾ ਪੂਰਨ ਜਾਗਰਤ ਰੂਪ ਦੇ ਵਿੱਚ ਹੈ, ਪੂਰਨ ਚੇਤਨ ਸੱਤਾ ਦੇ ਰੂਪ ਦੇ ਵਿੱਚ ਵਿਚਰਦਾ ਹੈ, ਅਤੇ ਮਹਾਂਪੁਰਖ ਕਹਿੰਦੇ ਆ ਕਿ ਉਸ ਦੇ ਉੱਤੇ ਅੰਨਾ ਵਿਸ਼ਵਾਸ ਕਰ ਲੈਣਾ ਵੀ ਇੱਕ ਬਹੁਤ ਵੱਡੀ ਸਿਆਣਪ ਹੈ। ਪਰ ਇਹ ਵਿਸ਼ਵਾਸ ਅੰਨਾ ਉਸ 'ਤੇ ਕੀਤਾ ਜਾ ਸਕਦਾ ਜਿਹੜਾ ਪੂਰਨ ਜਾਗਰਤ ਹੋਵੇ, ਭਾਵ ਕਿ ਜਿਹੜਾ ਪੂਰਾ ਗੁਰੂ ਹੋਵੇ। ਸੋ ਜਿਹੜਾ ਪੂਰਾ ਗੁਰੂ ਹੁੰਦਾ ਹੈਗਾ ਉਹ ਪੂਰਾ ਜਾਗਰਤ ਸੰਤ ਹੁੰਦਾ ਹੈਗਾ, ਉਹ ਪਰਮੇਸ਼ਰ ਦਾ ਹੀ ਰੂਪ ਹੁੰਦਾ ਹੈਗਾ। ਸੋ ਉਹ ਵੱਡੀਆਂ ਭਾਗਾਂ ਵਾਲੀਆਂ ਰੂਹਾਂ ਹੈਗੀਆਂ ਜਿਹੜੀਆਂ ਇਹੋ ਜਿਹੇ ਪੂਰਨ ਜਾਗਤ ਰੂਪ ਦੇ ਵਿੱਚ ਵਿਚਾਰੇ ਸੰਤਾਂ ਦੇ ਨਾਲ ਉੱਧਰੋਂ ਜੁੜਦੀਆਂ, ਅਤੇ ਉਹਨਾਂ ਦਾ ਵਿਸ਼ਵਾਸ ਹੀ ਉਹਨਾਂ ਦੇ ਜੀਵਨ ਦਾ ਚਮਤਕਾਰ ਬਣ ਜਾਂਦਾ ਹੈਗਾ। ਸੋ ਇਸ ਵਿਸ਼ਵਾਸ ਦੇ ਅੰਦਰ ਇੱਕ ਨਹੀਂ ਅਨੇਕਾਂ ਚਮਤਕਾਰ ਪਿਛਲੇ ਸਮਿਆਂ ਦੇ ਵਿੱਚ ਹੁੰਦੇ ਆਏ ਆ, ਅਤੇ ਹੁਣ ਵੀ ਹੁੰਦੇ ਆ ਅਤੇ ਅੱਗੇ ਵੀ ਹੁੰਦੇ ਰਹਿਣਗੇ। ਸੋ ਧਰਮ ਦਾ ਮੇਨ ਆਧਾਰ ਇਹ ਕੇਵਲ ਤਾਂ ਕੇਵਲ ਉਸ ਗੁਰਸਿੱਖ ਦਾ ਵਿਸ਼ਵਾਸ ਹੀ ਆ। ਜਿਵੇਂ ਇੱਕ ਮਹਾਤਮਾ ਦੱਸਦੇ ਸੀਗੇ, ਉਹ ਕਹਿਣ ਲੱਗੇ ਕਿ ਇੱਕ ਮਾਈ ਸਾਡੇ ਪਿੱਛੇ ਖਹਿੜਾ ਲੈ ਕੇ ਪੈ ਗਈ। ਉਹ ਕਹਿਣ ਲੱਗੀ ਕਿ ਮੇਰੇ ਘਰ ਦੇ ਵਿੱਚ ਸੰਤਾਨ ਨਹੀਂ ਆ, ਅਤੇ ਤੁਸੀਂ ਇੱਕ ਵਾਰੀ ਮੂੰਹੋਂ ਇਹ ਆਖ ਦਿਓ ਕਿ ਤੇਰੇ ਘਰ ਦੇ ਵਿੱਚ ਸੰਤਾਨ ਹੋ ਜਾਵੇ। ਜਦ ਇੰਨੀ ਗੱਲ ਹੋਈ ਮਹਾਤਮਾ ਕਹਿਣ ਲੱਗੇ ਕਿ ਮੂੰਹੋਂ ਕਹਿਣ ਨਾਲ ਕੀ ਹੋਊਗਾ, ਮੈਂ ਕੋਈ ਪਰਮੇਸ਼ਰ ਥੋੜ੍ਹੀ ਹਾਂ, ਕੋਈ ਮਹਾਤਮਾ ਥੋੜ੍ਹੀ ਹਾਂ ਕਿ ਜਿਹੜੀ ਮੇਰੀ ਹੋਈ ਗੱਲ ਕਹੀ ਪਰਮੇਸ਼ਰ ਇੱਕਦਮ ਮੰਨ ਜਾਊਗਾ। ਪਰ ਉਹ ਬੀਬੀ ਉਸ ਮਹਾਤਮਾ ਦੇ ਖਹਿੜੇ ਹੀ ਪੈ ਗਈ, ਕਹਿਣ ਲੱਗੇ ਕਿ ਇੱਕ ਵਾਰੀ ਤੁਸੀਂ ਮੂੰਹੋਂ ਇਹੀ ਕਹਿਣਾ ਹੈਗਾ ਕਿ ਇਸ ਦੇ ਘਰ ਦੇ ਵਿੱਚ ਸੰਤਾਨ ਹੋ ਜਾਵੇ, ਬਸ ਤੁਹਾਨੂੰ ਮੂੰਹੋਂ ਕਹਿਣ ਦੇ ਵਿੱਚ ਕੀ ਇਤਰਾਜ਼ ਹੈ, ਸਿਰਫ ਇੱਕ ਮੂੰਹੋਂ ਹੀ ਕਹਿਣਾ ਹੈ। ਜਦ ਇੰਨੀ ਗੱਲ ਹੋਈ ਤਾਂ ਮਹਾਤਮਾ ਕਹਿਣ ਲੱਗੇ ਚੱਲ ਠੀਕ ਹੈ, ਕਹਿਣ ਵਿੱਚ ਸਾਨੂੰ ਕੋਈ ਹਰਜ ਨਹੀਂ ਆ, ਪਰ ਜੋ ਅਸੀਂ ਕਹਾਂਗੇ ਕਿ ਉਹ ਹੋ ਸਕਦਾ ਹੈਗਾ, ਕਹਿੰਦੇ ਇਹਦੇ ਬਾਰੇ ਮੈਂ ਕੋਈ ਗਰੰਟੀ ਨਹੀਂ ਦਿੰਦਾ। ਪਰ ਉਹ ਬੀਬੀ ਕਹਿਣ ਲੱਗੀ ਇੱਕ ਵਾਰੀ ਤੁਸੀਂ ਆਪਣੇ ਮੂੰਹੋਂ ਇਹ ਕਹਿ ਦਿਓ ਕਿ ਇਹਦੇ ਘਰ ਸੰਤਾਨ ਹੋ ਜਾਵੇ। ਦੇਖੋ ਮਹਾਂਪੁਰਖ ਦੱਸਦੇ ਸੀਗੇ ਕਿ ਉਸ ਬੀਬੀ ਦੀ ਅੜੀ ਦੇ ਉੱਤੇ ਅਸੀਂ ਉਹਨੂੰ ਕਹਿ ਤਾ ਕਿ ਜਾ ਤੇਰੇ ਘਰ ਸੰਤਾਨ ਹੋ ਜਾਊਗੀ। ਵਾਕਿਆ ਕਹਿੰਦੇ ਸਾਲ ਦੇ ਅੰਦਰ ਅੰਦਰ ਉਹਦੇ ਘਰ ਸੰਤਾਨ ਹੋ ਗਈ। ਉਸ ਬੀਬੀ ਨੇ ਆਪਣੇ ਜੀਵਨ ਦੇ ਵਿੱਚ ਕੋਈ ਡਾਕਟਰ ਨਹੀਂ ਛੱਡਿਆ, ਕੋਈ ਹਕੀਮ ਨਹੀਂ ਛੱਡਿਆ, ਪਰ ਸਾਡੇ ਕਹਿਣ 'ਤੇ ਅੰਦਰ ਹੀ ਉਹਦੇ 1 ਸਾਲ ਦੇ ਅੰਦਰ ਸੰਤਾਨ ਹੋ ਗਈ। ਅਸੀਂ ਵੀ ਇਸ ਗੱਲ ਦੇ ਉੱਤੇ ਸੋਚੀ ਪੈ ਗਏ ਕਿ ਇਹ ਕਿਵੇਂ ਹੋ ਗਿਆ। ਪਰ ਕਹਿੰਦੇ ਫਿਰ ਜਦੋਂ ਬੀਬੀ ਆਪਣੇ ਪਰਿਵਾਰ ਸਮੇਤ ਸਾਡਾ ਕਹਿੰਦੇ ਸ਼ੁਕਰੀਆ ਕਰਨ ਆਈ ਸੀ, ਅਤੇ ਅਸੀਂ ਉਸ ਬੀਬੀ ਨੂੰ ਇਹ ਆਖਿਆ ਸੀਗਾ ਕਿ ਅਸੀਂ ਇਹਦੇ ਵਿੱਚ ਕੁਛ ਨਹੀਂ ਕੀਤਾ, ਇਹ ਕੇਵਲ ਅਤੇ ਕੇਵਲ ਤੇਰੇ ਵਿਸ਼ਵਾਸ ਦਾ ਹੀ ਨਤੀਜਾ ਹੈ। ਤੇਰਾ ਵਿਸ਼ਵਾਸ ਇਹ ਚਮਤਕਾਰ ਕਰ ਸਕਿਆ ਹੈ, ਲੇਕਿਨ ਸਾਡੇ ਵਿੱਚ ਐਸੀ ਕੋਈ ਸੱਤਾ ਨਹੀਂ, ਕੋਈ ਸ਼ਕਤੀ ਨਹੀਂ, ਕੋਈ ਕਰਾਮਾਤ ਨਹੀਂ ਗੀ ਕਿ ਜੋ ਅਸੀਂ ਕਹੀਏ ਸੋ ਕਰ ਦਈਏ। ਇਹ ਕੇਵਲ ਅਤੇ ਕੇਵਲ ਤੇਰੇ ਵਿਸ਼ਵਾਸ ਦੇ ਵਿੱਚ ਹੀ ਕਰਾਮਾਤ ਪੈਦਾ ਹੋਈ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਵਿਸ਼ਵਾਸ ਦੇ ਅੰਦਰ ਹੀ ਪਰਮੇਸ਼ਰ ਹੈ। ਇਸੇ ਕਰਕੇ ਗੁਰਬਾਣੀ ਨੇ ਤਾਂ ਵਿਸ਼ਵਾਸ ਨੂੰ ਇੱਥੋਂ ਤੱਕ ਆਖ ਦਿੱਤਾ ਹੈ ਕਿ ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਅਤੇ ਜਿਹਦੇ ਅੰਦਰ ਹਿਰਦੇ ਦੇ ਵਿੱਚ ਵਿਸ਼ਵਾਸ ਆ ਗਿਆ, ਕਹਿੰਦੇ ਉਹਨੂੰ ਤਤਕਾਲ ਹੀ ਗਿਆਨ ਪੈਦਾ ਹੋ ਜਾਂਦਾ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹਦਾ ਭਾਵ ਕੀ ਹੈ ਕਿ ਵਿਸ਼ਵਾਸ ਬਹੁਤ ਗਹਿਰਾ ਚਾਹੀਦਾ ਹੈ, ਜਿਸ ਨੂੰ ਅਸੀਂ ਸਿੱਧੇ ਲਫ਼ਜ਼ਾਂ ਵਿੱਚ ਅੰਨਾ ਵਿਸ਼ਵਾਸ ਕਹਿੰਦੇ ਹਾਂ। ਉਹ ਵਿਸ਼ਵਾਸ ਜਿਹਦੇ ਵਿੱਚ ਪ੍ਰਸ਼ਨ ਕੋਈ ਨਹੀਂ ਹੈ। ਇਸ ਤਰ੍ਹਾਂ ਇੱਕ ਵਾਰ ਇੱਕ ਬੀਬੀ ਜਿਹਦਾ ਲੜਕੇ ਦੀਆਂ ਅੱਖਾਂ ਦੀ ਜੋਤ ਚਲੀ ਗਈ ਸੀ, ਉਹ ਵੀ ਇਸੇ ਤਰ੍ਹਾਂ ਕਿਸੇ ਮਹਾਤਮਾ ਦੇ ਖਹਿੜੇ ਪੈ ਗਈ ਸੀ ਕਿ ਤੁਸੀਂ ਇੱਕ ਵਾਰੀ ਮੂੰਹੋਂ ਆਪਣੇ ਕਹਿ ਦਿਓ ਕਿ ਮੇਰੇ ਲੜਕੇ ਦੀਆਂ ਅੱਖਾਂ ਦੇ ਵਿੱਚ ਜੋਤ ਆ ਜਾਵੇ, ਅਤੇ ਫਿਰ ਤੁਹਾਡੇ ਕਹਿਣ ਦੇ ਉੱਤੇ ਮੇਰੇ ਲੜਕੇ ਦੀਆਂ ਅੱਖਾਂ ਦੇ ਵਿੱਚ ਜੋਤ ਜ਼ਰੂਰ ਆ ਜਾਊਗੀ, ਉਹਦੀ ਨਜ਼ਰ ਜ਼ਰੂਰ ਚੱਲ ਪਊਗੀ। ਸੋ ਮਹਾਂਪੁਰਖ ਕਹਿੰਦੇ ਸੀ ਕਿ ਅਸੀਂ ਉਸ ਨੂੰ ਟਾਲਣ ਦਾ ਬੜਾ ਯਤਨ ਕੀਤਾ। ਉਸ ਨੂੰ ਕਿਹਾ ਕਿ ਤੁਸੀਂ ਕਿਸੇ ਚੰਗੇ ਡਾਕਟਰ ਨੂੰ ਜੋ ਅੱਖਾਂ ਦਾ ਸਪੈਸ਼ਲਿਸਟ ਹੋਵੇ ਉਸ ਨੂੰ ਦਿਖਾ ਲਓ। ਪਰ ਉਹ ਬੀਬੀ ਕਹਿਣ ਲੱਗੀ ਕਿ ਮੈਂ ਸਾਰੇ ਇਹ ਜੋ ਕਰਮ ਧਰਮ ਆ, ਜੋ ਦੁਨਿਆਵੀ ਆ, ਸਾਰੇ ਇਲਾਜ ਕਰਾ ਕੇ ਦੇਖ ਲਏ ਆ, ਪਰ ਮੈਨੂੰ ਇੰਨਾ ਪਤਾ ਹੈਗਾ ਕਿ ਆਪ ਇੱਕ ਵਾਰੀ ਕਹਿ ਦਿਓ ਕਿ ਮੇਰੀ ਇਹ ਲੜਕੇ ਦੇ ਅੱਖਾਂ ਦੇ ਵਿੱਚ ਜੋਤ ਆ ਜਾਵੇ, ਤਾਂ ਮੈਨੂੰ ਪੂਰਨ ਵਿਸ਼ਵਾਸ ਹੈਗਾ
ਕਿ ਤੁਹਾਡਾ ਕਿਹਾ ਪਰਮੇਸ਼ਰ ਮੋੜ ਨਹੀਂ ਸਕਦਾ ਹੈ। ਪਰ ਮਹਾਤਮਾ ਕਹਿਣ ਲੱਗੇ ਕਿ ਅਸੀਂ ਉਸ ਨੂੰ ਆਖਿਆ ਹੈ ਕਿ ਅਸੀਂ ਕੋਈ ਕਰਾਮਾਤੀ ਸਾਧੂ ਨਹੀਂ ਹਾਂ, ਨਾ ਸਾਡੇ ਵਿੱਚ ਇਹੋ ਜਿਹੀ ਕੋਈ ਸੱਤਾ ਹੈਗੀ ਆ। ਹਾਂ, ਅਸੀਂ ਸਧਾਰਨ ਆਮ ਜਨਤਾ ਦੇ ਵਿੱਚ ਵਿਚਰਨ ਵਾਲੇ ਇਸ ਤਰ੍ਹਾਂ ਹੀ ਇਨਸਾਨ ਦੀ ਤਰ੍ਹਾਂ ਆਪਣੀ ਜ਼ਿੰਦਗੀ ਜਿਉਂਦੇ ਹਾਂ। ਪਰ ਉਹ ਕਹਿੰਦੇ ਬੀਬੀ ਜਿਹੜੀ ਸੀ ਉਹ ਹਟੇ ਹੀ ਨਾ। ਉਹਨੇ ਕਹਿੰਦੇ ਰੋਜ਼ ਆ ਕੇ ਜਦੋਂ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਮਹਾਂਪੁਰ ਕਹਿੰਦੇ ਵੀ ਅਸੀਂ ਉਸ ਬੀਬੀ ਨੂੰ ਆਪਣੇ ਗਲੋਂ ਲਾਉਣ ਵਾਸਤੇ ਇਹ ਗੱਲ ਆਖ ਦਿੱਤੀ ਕਿ ਚੱਲ ਅਗਰ ਤੂੰ ਹਟਦੀ ਨਹੀਂ ਤਾਂ ਇਸ ਤਰ੍ਹਾਂ ਕਰ ਕਿ ਤੂੰ ਜਾ ਕੇ ਲਾਲ ਮਿਰਚਾਂ ਕੁੱਟ ਕੇ ਉਹ ਲਾਲ ਮਿਰਚਾਂ ਪਾਣੀ ਵਿੱਚ ਭਿਉਂ ਕੇ ਉਹਦੇ ਛਿੱਟੇ ਆਪਣੇ ਲੜਕੇ ਦੀਆਂ ਅੱਖਾਂ ਦੇ ਵਿੱਚ ਮਾਰ ਦੇ। ਸੋ ਜਦੋਂ ਮਹਾਂਪੁਰਖਾਂ ਨੇ ਇੰਨੀ ਗੱਲ ਆਖੀ ਬਸ ਉਸੇ ਟਾਈਮ ਬੀਬੀ ਪ੍ਰਸੰਨ ਹੋ ਗਈ। ਉਸਨੇ ਮਹਾਤਮਾ ਨੂੰ ਮੱਥਾ ਟੇਕਿਆ, ਘਰ ਚਲੇ ਗਏ। ਘਰ ਜਾ ਕੇ ਲਾਲ ਸੁੱਕੀਆਂ ਮਿਰਚਾਂ ਕੁੱਟ ਕੇ ਪਾਣੀ ਵਿੱਚ ਚੰਗੀ ਤਰ੍ਹਾਂ ਭਿਓ ਕੇ ਜਿਉਂ ਹੀ ਉਹਨੇ ਆਪਣੇ ਲੜਕੇ ਦੀਆਂ ਅੱਖਾਂ ਦੇ ਵਿੱਚ ਉਹਦੇ ਛਿੱਟੇ ਮਾਰ ਦਿੱਤੇ ਤੇ ਬਸ ਫੇਰ ਕੀ ਸੀ, ਉਹ ਮਿਰਚਾਂ ਉਸ ਲੜਕੇ ਦੀਆਂ ਅੱਖਾਂ ਦੇ ਵਿੱਚ ਇੰਨੀਆਂ ਰੜਕੀਆਂ ਕਿ ਉਹਨੇ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ, ਘਰ ਦੇ ਤਾਂ ਇਕੱਠੇ ਹੋਏ ਸੀ, ਆਂਢ ਗੁਆਂਢ ਵੀ ਇਕੱਠਾ ਹੋ ਗਿਆ। ਫਿਰ ਉਹ ਸਾਰਿਆਂ ਨੇ ਉਸ ਬੀਬੀ ਨੂੰ ਕਿਹਾ ਵੀ ਤੂੰ ਇਹ ਕੀ ਕੀਤਾ ਹੈ। ਘਰ ਦੇ ਸਮਾਂ ਕਿ ਉਸ ਬੀਬੀ ਨੂੰ ਉਲਟ ਬੋਲਣ ਕਿ ਤੂੰ ਕਿਸੇ ਆਮ ਅਨਪੜ੍ਹ ਸਾਧੂ ਦੇ ਪਿੱਛੇ ਲੱਗ ਕੇ ਲਾਲ ਮਿਰਚਾਂ ਕੁੱਟ ਕੇ ਪਾਣੀ ਵਿੱਚ ਪਾ ਕੇ ਆਪਣੇ ਲੜਕੇ ਦੀਆਂ ਅੱਖਾਂ ਦੇ ਵਿੱਚ ਛਿੱਟੇ ਮਾਰ ਦਿੱਤੇ ਆ। ਪਰ ਤੈਨੂੰ ਇਹ ਨਹੀਂ ਪਤਾ ਕਿ ਇਹ ਜਿਹੜੀਆਂ ਮਿਰਚਾਂ ਹੈਗੀਆਂ ਇਹ ਕਿਸੇ ਦੀਆਂ ਅੱਖਾਂ ਨੂੰ ਵੈਸੇ ਹੀ ਛੁਆ ਜਾਣ ਤਾਂ ਉਹਨੂੰ ਕਿੰਨੀ ਤਕਲੀਫ ਹੁੰਦੀ, ਕਿੰਨਾ ਦਰਦ ਹੁੰਦਾ ਹੈ। ਪਰ ਬੀਬੀ ਕਹਿਣ ਲੱਗੀ ਕਿ ਮੈਂ ਆਪ ਦੀਆਂ ਗੱਲਾਂ ਨੂੰ ਜਾਣਦੀ ਹਾਂ, ਪਰ ਉਹ ਮਹਾਤਮਾ ਜਿਹੜੇ ਆ ਮੈਨੂੰ ਇੰਨਾ ਪਤਾ ਹੈ ਕਿ ਜੋ ਨਹੀਂ ਕਿਹਾ ਉਹ ਬਿਲਕੁਲ ਸੱਚ ਹੈ। ਦੇਖੋ ਇਹ ਉਸੇ ਹੀ ਬੀਬੀ ਦੇ ਵਿਸ਼ਵਾਸ ਦੇ ਉੱਤੇ ਫਿਰ ਜਦੋਂ ਘਰਦਿਆਂ ਨੇ ਤੇ ਆਂਢ ਗੁਆਂਢ ਵਾਲਿਆਂ ਨੇ ਉਸ ਲੜਕੇ ਦੀਆਂ ਅੱਖਾਂ ਦੇ ਵਿੱਚ ਪਾਣੀ ਦੇ ਛਿੱਟੇ ਮਾਰੇ। ਉਸ ਤੋਂ ਬਾਅਦ ਜੋ ਉਸ ਲੜਕੇ ਨੇ ਹੌਲੀ ਹੌਲੀ ਅੱਖਾਂ ਖੋਲ੍ਹੀਆਂ ਅਤੇ ਇੱਕ ਬੜਾ ਹੈਰਾਨੀਜਨਕ ਚਮਤਕਾਰ ਹੋਇਆ। ਉਹ ਕੀ ਸੀ ਕਿ ਉਹਦੀ ਲੜਕੀ ਦੀਆਂ ਅੱਖਾਂ ਦੇ ਵਿੱਚ ਪੂਰੀ ਰੋਸ਼ਨੀ ਸੀਗੀ। ਸੋ ਜਦੋਂ ਇਹ ਰੋਸ਼ਨੀ ਦਾ ਚਮਤਕਾਰ ਦੇਖਿਆ ਸਾਰਾ ਪਰਿਵਾਰ ਅਤੇ ਆਂਢ ਗੁਆਂਢ ਦੰਗ ਰਹਿ ਗਿਆ ਸੀਗਾ। ਫਿਰ ਉਹ ਸਾਰਾ ਪਰਿਵਾਰ ਸ਼ੁਕਰੀਆ ਦੇ ਵਿੱਚ ਫਿਰ ਉਸ ਮਹਾਤਮਾ ਦੇ ਪਾਸ ਚਲੇ ਗਿਆ। ਜਦ ਗਿਆ ਤਾਂ ਉਹਨਾਂ ਨੇ ਮਹਾਤਮਾ ਨੂੰ ਸਾਰੀ ਗੱਲ ਦੱਸੀ ਅਤੇ ਮਹਾਂਪੁਰਖ ਆਪ ਕਹਿਣ ਲੱਗੇ ਕਿ ਮੈਂ ਆਪ ਸੁਣ ਕੇ ਬੜਾ ਹੈਰਾਨ ਸੀਗਾ ਕਿ ਇਹ ਕਿਵੇਂ ਹੋ ਗਿਆ ਹੈ, ਕਿਉਂ ਮੇਰੇ ਪਾਸ ਕੋਈ ਇਸ ਤਰ੍ਹਾਂ ਦੀ ਰਿੱਧੀ ਸਿੱਧੀ ਕੋਈ ਤਾਕਤ ਨਹੀਂ ਸੀ। ਮੈਂ ਤਾਂ ਸਧਾਰਨ ਹੀ ਪਰਮਾਤਮਾ ਦਾ ਨਾਮ ਜਪਣ ਵਾਲਾ ਇੱਕ ਸਧਾਰਨ ਆਦਮੀ ਸੀਗਾ। ਖੈਰ ਕਹਿੰਦੇ ਫਿਰ ਜਿਹੜੀ ਗੱਲ ਸੀਗੀ ਮੇਰੀ ਸਮਝ ਦੇ ਵਿੱਚ ਆ ਗਈ। ਉਸ ਤੋਂ ਬਾਅਦ ਫਿਰ ਮਹਾਂਪੁਰਖ ਕਹਿਣ ਲੱਗੇ ਮੈਂ ਉਸ ਪਰਿਵਾਰ ਨੂੰ ਇਹੋ ਕਿਹਾ ਕਿ ਇਹ ਗੱਲ ਇੱਥੇ ਹੀ ਦੱਬ ਲੈਣੀ ਆ, ਅੱਗੇ ਨਹੀਂ ਕਰਨੀ ਹੈ। ਸੋ ਇਸ ਗੱਲ 'ਤੇ ਕਹਿੰਦੇ ਤੁਸੀਂ ਪਹਿਰਾ ਦੇਣਾ, ਕਿਉਂਕਿ ਮਹਾਂਪੁਰਖਾਂ ਨੂੰ ਪਤਾ ਹੁੰਦਾ ਹੈਗਾ ਕਿ ਮਸ਼ਹੂਰੀ ਦੇ ਨਾਲੋਂ ਗੁਮਨਾਮੀ ਦੀ ਜ਼ਿੰਦਗੀ ਜਿਹੜੀ ਆ ਉਸ ਪਰਮੇਸ਼ਰ ਨੂੰ ਜ਼ਿਆਦਾ ਪਾਉਂਦੀ ਹੈ। ਇਸੇ ਕਰਕੇ ਕਹਿੰਦੇ ਉਹ ਪਰਿਵਾਰ ਨੇ ਤਾਂ ਜਿਹੜੀ ਸੀ ਗੱਲ ਉੱਥੇ ਦੱਬ ਲਈ। ਲੇਕਿਨ ਜਦੋਂ ਮਹਾਂਪੁਰਖ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਸੀ, ਉਸ ਤੋਂ ਬਾਅਦ ਉਹਨਾਂ ਦੇ ਹੀ ਕਿਸੇ ਰਿਸ਼ਤੇਦਾਰ ਦੇ ਲੜਕੇ ਦੀਆਂ ਅੱਖਾਂ ਦੀ ਨਿਗਾਹ ਚਲੇ ਗਈ ਸੀ। ਸੋ ਉਸੇ ਹੀ ਪਰਿਵਾਰ ਨੇ ਫਿਰ ਉਹਨਾਂ ਨੂੰ ਦੱਸਿਆ ਸੀਗਾ ਕਿ ਕਿਵੇਂ ਅਸੀਂ ਇੱਕ ਮਹਾਤਮਾ ਦੇ ਪਾਸ ਗਏ ਸੀਗੇ ਅਤੇ ਉਹਨਾਂ ਨੇ ਸਾਨੂੰ ਲਾਲ ਮਿਰਚਾਂ ਭਿਉਂ ਕੇ ਅੱਖਾਂ 'ਤੇ ਮਾਰਨ ਵਾਸਤੇ ਕਿਹਾ ਸੀਗਾ ਅਤੇ ਜਿਸ ਕਰਕੇ ਸਾਡੇ ਲੜਕੇ ਦੀ ਜਿਹੜੀ ਨਿਗਾਹ ਸੀਗੀ ਉਹ ਵਾਪਸ ਆ ਗਈ ਸੀ। ਦੇਖੋ ਜਿਉਂ ਹੀ ਉਹਨਾਂ ਨੇ ਭੇਤ ਖੋਲ੍ਹ ਦਿੱਤਾ ਮਹਾਂਪੁਰਖਾਂ ਦੇ ਕਹਿਣ ਦੇ ਬਾਵਜੂਦ ਵੀ ਕਿ ਤੁਸੀਂ ਇਹ ਗੱਲ ਕਿਸੇ ਦੇ ਨਾਲ ਨਹੀਂ ਕਰਨੀ, ਪਰ ਉਹ ਪਰਿਵਾਰ ਨੇ ਸੋਚਿਆ ਕਿ ਚਲੋ ਮਹਾਂਪੁਰਖ ਦਾ ਪੰਜ ਭੂਤਕ ਸਰੀਰ ਤਿਆਗ ਗਏ ਆ, ਹੁਣ ਗੱਲ ਕਰਨ ਦੇ ਵਿੱਚ ਕੋਈ ਹਰਜ ਨਹੀਂ, ਹੋ ਸਕਦਾ ਇਹਨਾਂ ਦਾ ਭਲਾ ਹੋ ਜਾਵੇ। ਪਰ ਦੇਖੋ ਦੂਸਰੇ ਪਰਿਵਾਰ ਨੇ ਉਸੇ ਤਰ੍ਹਾਂ ਹੀ ਲਾਲ ਮਿਰਚਾਂ ਪਾਣੀ ਵਿੱਚ ਭਿਉਂ ਕੇ ਜਿਉਂ ਹੀ ਉਹ ਲੜਕੇ ਦੀ ਅੱਖਾਂ ਦੇ ਵਿੱਚ ਛਿੱਟੇ ਮਾਰੇ ਅਤੇ ਉਸ ਲੜਕੇ ਦੀ ਨਜ਼ਰ ਵੀ ਆ ਗਈ। ਪਰ ਇਹਨਾਂ ਦਾ ਲੜਕਾ ਜਿਹਦੀ ਨਜ਼ਰ ਪਹਿਲਾਂ ਇਸ ਤਰੀਕੇ ਨਾਲ ਆਈ ਸੀ ਉਹਦੀ ਨਜ਼ਰ ਚਲੀ ਗਈ। ਇਹ ਉਹਨਾਂ ਨੂੰ ਡੰਨ ਮਿਲਿਆ ਸੀਗਾ। ਫਿਰ ਉਹ ਪਰਿਵਾਰ ਬਾਅਦ 'ਚ ਬੜਾ ਪਛਤਾਇਆ ਸੀਗਾ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਮਹਾਂਪੁਰਖਾਂ ਦੇ ਵਚਨ ਹੁੰਦੇ ਉਹ ਸਦੀਵ ਕਾਲ ਹੁੰਦੇ ਆ। ਮਹਾਂਪੁਰਖ ਪਰਮੇਸ਼ਰ ਦੀ ਤਰ੍ਹਾਂ ਹਮੇਸ਼ਾ ਹਾਜ਼ਰ ਨਾਜ਼ਰ ਰਹਿੰਦੇ ਆ, ਪਰ ਉਹਨਾਂ ਦੇ ਵਚਨ ਅਟੱਲ ਹੁੰਦੇ ਆ। ਸੋ ਅਗਰ ਕੋਈ ਗੁਰਮੁਖ ਉਹਨਾਂ ਦੇ ਵਚਨਾਂ ਦੇ ਪੂਰੀ ਤਰ੍ਹਾਂ ਜਦ ਤੱਕ ਪਹਿਰਾ ਨਹੀਂ ਦਿੰਦਾ ਤਦ ਤੱਕ ਉਹ ਗੁਰਮੁਖ ਜਿਹੜਾ ਹੈਗਾ ਉਹ ਫਿਰ ਚੋਟਾਂ ਖਾਂਦਾ ਹੈਗਾ। ਜਿਵੇਂ ਇਸ ਪਰਿਵਾਰ ਨੇ ਮਹਾਂਪੁਰਖਾਂ ਦੀ ਜਿਹੜੀ ਗੱਲ ਸੀਗੀ ਉਹ ਅੱਗੇ ਕਰ ਦਿੱਤੀ, ਪਰ ਮਹਾਂਪੁਰਖਾਂ ਦਾ ਆਦੇਸ਼ ਇਹੋ ਸੀ ਕਿ ਇਸ ਗੱਲ ਨੂੰ ਇੱਥੇ ਦੱਬ ਲੈਣਾ, ਅੱਗੇ ਨਹੀਂ ਕਰਨਾ। ਸੋ ਕਹਿਣ ਤੋਂ ਭਾਵ ਇਹ ਆ ਕਿ ਸਾਰਾ ਵਿਸ਼ਵਾਸ ਦਾ ਹੀ ਨਤੀਜਾ ਹੈਗਾ। ਵਿਸ਼ਵਾਸ ਦੇ ਕਰਕੇ ਹੀ ਇਹ ਧਰਤੀ ਖੜੀ ਹੈਗੀ ਆ। ਇਸ ਧਰਤੀ ਦੇ ਉੱਤੇ ਜਿੰਨੇ ਵੀ ਸਾਧੂ ਸੰਤ ਮਹਾਤਮਾ ਆਏ ਆ, ਜਿੰਨੇ ਵੀ ਇਨਸਾਨ ਜਾਂ ਗੁਰਸਿੱਖ ਉਹਨਾਂ ਦੇ ਚਰਨਾਂ ਵਿੱਚ ਆਉਂਦੇ ਆ, ਉਹਨੂੰ ਨਮਸਕਾਰਾਂ ਕਰਦੇ ਆ। ਸੋ ਉਹਨਾਂ ਦੇ ਅੰਦਰ ਕੋਈ ਨਾ ਕੋਈ ਵਿਸ਼ਵਾਸ ਹੈ। ਜਿੰਨਾ ਕਿਸੇ ਦਾ ਕਿਸੇ ਦੇ ਉੱਪਰ ਵਿਸ਼ਵਾਸ ਖੜਾ ਹੈ ਓਨਾ ਹੀ ਉਹਨੂੰ ਫਲ ਪ੍ਰਾਪਤ ਹੋ ਜਾਂਦਾ। ਲੇਕਿਨ ਜਿਹੜੇ ਗੁਰਮੁਖ ਅਭਿਆਸੀ ਹੁੰਦੇ ਆ ਉਹਨਾਂ ਨੂੰ ਪੂਰਨ ਵਿਸ਼ਵਾਸ ਹੁੰਦਾ। ਜਿਨ੍ਹਾਂ ਨੂੰ ਪੂਰਨ ਵਿਸ਼ਵਾਸ ਖਾਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਹੈ, ਫਿਰ ਉਹਨਾਂ ਦੇ ਕਾਰਜ ਵੀ ਸਾਰੇ ਪੂਰੇ ਹੋ ਜਾਂਦੇ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਪੂਰਨ ਵਿਸ਼ਵਾਸ ਦੀ ਮਹਿਮਾ ਤਾਂ ਇੰਨੀ ਅਪਰੰਪਾਰ ਦੱਸੀ ਆ। ਉਹਦੇ ਵਿੱਚ ਸਾਨੂੰ ਗੁਰਬਾਣੀ ਨੇ ਇਹ ਦੱਸਿਆ ਹੈ ਕਿ ਜਿਤੜੇ ਫਲ ਮਨ ਵੰਛੀਏ ਤਿਤੜੇ ਸਤਿਗੁਰ ਪਾਸ,
कि अगर मन इच्छत फल एक नहीं कोई अनेक भी मंगे पर पूर्ण विश्वास की कसौटी ते पूरा उतरे ਤਾਂ ਉਹ ਅਨੇਕਾਂ ਫਲ ਦੀ ਪ੍ਰਾਪਤੀ ਇੱਕੋ ਹੀ ਟਾਈਮ ਦੇ ਵਿੱਚ ਕਰ ਸਕਦਾ ਹੈਗਾ। ਸੋ ਇਹ ਸਾਰੀ ਵਿਸ਼ਵਾਸ ਦੀ ਖੇਡ ਹੈਗੀ ਆ। ਹੁਣ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੈ ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਹੈ। ਇਸ ਕਰਕੇ ਗੁਰੂ ਦੇ ਬਚਨਾਂ ਦੇ ਉੱਤੇ ਪੂਰਨ ਵਿਸ਼ਵਾਸ ਭਰੋਸਾ ਕਰਦੇ ਹੋਏ ਹਮੇਸ਼ਾ ਹੀ ਗੁਰੂ ਦੇ ਪ੍ਰਤੀ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ, ਆਗਿਆ ਦੇ ਵਿੱਚ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਨਿਮਰ ਤੇ ਆਗਿਆ ਦੇ ਵਿੱਚ ਗੁਰੂ ਦੇ ਪ੍ਰਤੀ ਰਹਾਂਗੇ ਫਿਰ ਇਹ ਜਿਹੜਾ ਵਿਸ਼ਵਾਸ ਹੈਗਾ ਸਾਡੇ ਅੰਦਰ ਸਦਾ ਟਿਕਿਆ ਰਹੇਗਾ। ਸੋ ਇਹ ਹੀ ਵਿਸ਼ਵਾਸ ਸਾਨੂੰ ਸਮਾਂ ਪਾ ਕੇ ਇੱਕ ਅਜਿਹੀ ਦੁਨੀਆ ਦੇ ਨਾਲ ਜੋੜ ਦੇਗਾ ਜਿਸ ਦੁਨੀਆ ਦੀ ਕਲਪਨਾ ਕੋਈ ਸਧਾਰਨ ਆਦਮੀ ਸੁਪਨੇ ਦੇ ਵਿੱਚ ਵੀ ਨਹੀਂ ਕਰ ਸਕਦਾ, ਆਪਣੇ ਜੀਵਨ ਦੇ ਵਿੱਚ ਕਦੀ ਸੋਚ ਨਹੀਂ ਸਕਦਾ, ਕਿਉਂਕਿ ਇਹ ਵਿਸ਼ਵਾਸ ਹੀ ਉਹਨਾਂ ਗੁਰਮੁਖ ਵਿਅਕਤੀਆਂ ਨੂੰ ਉਸ ਉੱਚ ਅਵਸਥਾ ਦੇ ਉੱਤੇ ਪਹੁੰਚਾ ਦਿੰਦਾ ਹੈ। ਜਿਸ ਤਰ੍ਹਾਂ ਸਾਡੇ ਜਿਹੜੇ ਭਗਤ ਵਾ, ਜਿਵੇਂ ਧੰਨਾ ਭਗਤ ਮਹਾਂਪੁਰਖ ਜੀ ਹੋਏ ਆ ਜਿਨ੍ਹਾਂ ਨੇ ਪੱਥਰਾਂ ਦੇ ਵਿੱਚੋਂ ਆਪਣੇ ਵਿਸ਼ਵਾਸ ਦੇ ਥਰੂ ਪਰਮੇਸ਼ਰ ਪ੍ਰਗਟ ਕਰ ਲਿਆ ਸੀ। ਇਸੇ ਤਰ੍ਹਾਂ ਜਿਵੇਂ ਨਾਮਦੇਵ ਜੀ ਹੋਇਆ, ਕਿਵੇਂ ਉਹਨੇ ਮੂਰਤੀਆਂ ਨੂੰ ਦੁੱਧ ਪਿਲਾਤਾ ਸੀ। ਸੋ ਇਹ ਵਿਸ਼ਵਾਸ ਦੀ ਕਲਾ ਆਦਿ ਜਗ੍ਹਾ ਤੋਂ ਚੱਲ ਰਹੀ ਆ ਔਰ ਅੱਜ ਵੀ ਜ਼ਰੂਰਤ ਹੈ ਕਿ ਸਾਨੂੰ ਵਾਹਿਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜੋ ਗੁਰ ਕਹੋ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਗੱਲ ਕਹਿਤੀ ਆ ਉਸ ਨੂੰ ਸਿਰ ਨਿਵਾ ਕੇ ਮੰਨ ਲੈਣੀ ਚਾਹੀਦੀ ਹੈ, ਚਾਹੇ ਸਾਨੂੰ ਇਸ ਚੀਜ਼ ਦਾ ਗਿਆਨ ਹੋਵੇ ਚਾਹੇ ਨਾ ਗਿਆਨ ਹੋਵੇ, ਪਰ ਸਾਨੂੰ ਇਸ ਚੀਜ਼ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੋ ਵੀ ਗੁਰਬਾਣੀ ਦਾ ਲਿਖਤ ਵਾ ਇਸ ਦਾ ਇੱਕ ਇੱਕ ਅੱਖਰ ਜਿਹੜਾ ਉਹ ਸੱਤ ਹੈਗਾ, ਚਾਹੇ ਉਹ ਸਾਡੀ ਸਮਝ ਵਿੱਚ ਆਇਆ ਚਾਹੇ ਨਾ ਆਇਆ, ਲੇਕਿਨ ਇਹ ਜਾਣਦੇ ਹੋਏ ਸਾਨੂੰ ਇਸ ਦੇ ਪ੍ਰਤੀ ਆਪਣੇ ਪੂਰਨ ਵਿਸ਼ਵਾਸ ਨੂੰ ਪ੍ਰਗਟ ਕਰਨਾ ਚਾਹੀਦਾ ਹੈਗਾ। ਔਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਪ੍ਰਤੀ ਪੂਰਨ ਵਿਸ਼ਵਾਸ ਪ੍ਰਗਟ ਹੋ ਜਾਂਦਾ, ਸਮਾਂ ਪਾ ਕੇ ਫਿਰ ਉਹਨਾਂ ਨੂੰ ਗੁਰਮਤਿ ਦੀ ਸਮਝ ਆਉਣ ਲੱਗ ਪੈਂਦੀ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈਗਾ ਕਿ ਇਹ ਵਿਸ਼ਵਾਸ ਦੀ ਕਰਾਮਾਤ ਹੀ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਦੀ ਆ, ਦੁੱਖ ਸੁੱਖ ਤੋਂ ਉੱਚਾ ਰੱਖਦੀ ਆ ਔਰ ਇੰਨਾ ਉੱਚਾ ਚੱਕ ਦਿੰਦੀ ਆ ਕਿ ਜਿਸ ਦੇ ਨਾਲ ਪਰਮੇਸ਼ਰ ਹਮੇਸ਼ਾ ਪ੍ਰਸੰਨ ਰਹਿੰਦਾ ਹੈਗਾ। ਜਿਸ ਨੂੰ ਗੁਰਬਾਣੀ ਨੇ ਆਖਿਆ ਕਿ ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਿਵਾਜ ਗਸਈਆਂ ਮੇਰਾ ਮਾਥੇ ਛਤਰ ਧਰੇ, ਐਸੀ ਅਵਸਥਾ ਪ੍ਰਦਾਨ ਹੋ ਜਾਂਦੀ ਆ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।